जय जिनेंद्र। आत्मा चैनल देख रहे सभी दर्शकों का स्वागत है। मैं एकता सिंगला। आइए नजर डालते हैं आज के सामाजिक व धार्मिक समाचारों पर। एसजीपीसी की प्रधान बीबी जागीर कौर ने मौजूदा केंद्र सरकार की तुलना 1984 के समय की सरकार के साथ की। कहा कि सरकार सिखों पर जुल्म कर रही है। इसी का सबूत है ननकाना साहिब जाने वाले जत्थे को पाकिस्तान जाने की मंजूरी ना देना। ननकाना साहब का 100 साला शौर्य गाथा शहीद लक्ष्मण सिंह धारोवाली की याद में बटाला के नजदीकी गांव गोधरपुर में मनाए जा रहे हैं। एसजीपीसी अध्यक्ष बीबी जागीर कौर गांव गोधरपुर में चल रही तैयारियों के प्रबंधों का जायजा लेने पहुंची। 19, 20 और 21 फरवरी तक तीनों दिन यह समागम चलेगा। भाई लक्ष्मण सिंह जी, भाई दलीप सिंह जी, भाई करतार सिंह जी झੱਬਰ ਸਾਹਿਬ ਤੇ ਉਹਨਾਂ ਦੇ ਸਾਰੇ ਹੀ ਸਾਥੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਸ਼ਹੀਦ ਹੋ ਗਏ, ਉੱਥੇ ਉਹਨਾਂ ਦੀਆਂ ਖੂਨ ਦੇ ਨਾਲ ਇਹ ਸਿੱਖ ਫੁਲਵਾੜੀ ਜਿਹੜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਹੋਂਦ ਵਿੱਚ ਹੈ। ਉਹਨਾਂ ਦੇ ਸੀਨੇ ਦੀ ਮਿੱਝ ਪਈ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾ ਦੇ ਵਿੱਚ। ਤੇ ਸਭ ਤੋਂ ਜਿਹੜੀ ਦਰਦਨਾਕ ਘਟਨਾ ਹੁੰਦੀ ਹੈ ਕਿ ਉੱਥੇ ਜਦੋਂ ਭਾਈ ਲక్ష్మణ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਜਾ ਕੇ ਬੈਠੇ, ਗੋਲੀ ਚੱਲੀ, ਦਰਵਾਜ਼ੇ ਦੇ ਵਿੱਚੋਂ ਜੋ ਗੋਲੀਆਂ ਚੱਲੀਆਂ ਤੇ ਉਹਨਾਂ ਦੇ ਜਾ ਕੇ ਜੋ ਗੋਲੀਆਂ ਲੱਗੀਆਂ ਤੇ ਉਹ ਲੱਥ-ਪੱਥ ਹੋ ਗਏ ਖੂਨ ਨਾਲ। ਤੇ ਲੱਥ-ਪੱਥ ਹੋਇਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੱਫਾ ਮਾਰ ਲਿਆ ਵੀ ਮੇਰੇ ਗੁਰੂ ਦੀ ਗੋਦ ਵਿੱਚ ਨਾ ਲੱਗ ਜੇ, ਮੇਰੇ ਗੁਰੂ ਦੀ ਹਿੱਕ 'ਚ ਨਾ ਲੱਗ ਜੇ, ਮੈਂ ਭਾਵੇਂ ਬਿੰਨਿਆ ਜਾਵਾਂ ਤੇ ਪਰ ਮੇਰੇ ਗੁਰੂ ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ ਹੈ। ਤੇ ਲੱਥ-ਪੱਥ ਹੋਏ ਖੂਨ ਦੇ ਉੱਥੇ ਜਿਹੜਾ ਉਹਨੇ ਜੱਫਾ ਮਾਰ ਲਿਆ। ਇੱਕ ਹੋਰ ਜਿਹੜੀ ਬੜੀ ਦਰਦਨਾਕ ਘਟਨਾ ਕਿ ਜਿਹੜੇ ਸਿੰਘ ਉੱਥੇ ਜਾਂ ਜੇ ਸਹਿ ਕਰੇ ਸੀ, ਅਜੇ ਸ਼ਹੀਦ ਨਹੀਂ ਸੀ ਹੋਏ, ਉਹਨਾਂ ਦੀਆਂ ਲੱਤਾਂ ਬਾਹਾਂ ਕੱਟ ਕੇ ਉੱਥੇ ਢੇਰ ਲਾ ਦਿੱਤੇ। ਖੂਨ ਨਾਲ ਭਰਿਆ ਹੋਇਆ ਜਦੋਂ ਅੰਦਰ ਹਾਲ ਸੰਗਤਾਂ ਨੇ ਜੋ ਦੇਖਿਆ ਤੇ ਫਿਰ ਉੱਥੇ ਧੋਣ ਲੱਗੇ, ਇਕੱਠਾ ਕਰਨ ਲੱਗੇ ਤਾਂ ਇੱਕ ਬਾਰੀ ਦੇ ਵਿੱਚੋਂ ਦੀ ਆਵਾਜ਼ ਆਉਂਦੀ, ਚੀਕਾਂ ਆਉਂਦੀਆਂ ਕਿ ਛੋਟਾ ਜਿਹਾ 8 ਸਾਲ ਦਾ ਬੱਚਾ ਜਿਹੜਾ ਸੱਜਿਆ ਤੱਜਿਆ ਭਾਈ ਕੇਰ ਸਿੰਘ ਦਾ ਜਿਹਦਾ ਬਾਪ ਸ਼ਹੀਦ ਹੋ ਗਿਆ ਸੀ, ਉਹ ਆਵਾਜ਼ਾਂ ਦੇ ਰਿਹਾ ਕਿ ਬਾਪੂ ਮੈਂ ਵੀ ਸ਼ਹੀਦ ਹੋਣਾ ਹੈ, ਮੈਂ ਵੀ ਸ਼ਹੀਦ ਹੋਣਾ। ਤੇ ਉਹਨਾਂ ਨੇ ਦੇਖਿਆ ਕਿ ਇਹ ਆਵਾਜ਼ ਕਿਹਦੀ ਹੈ। ਜਦੋਂ ਬਾਰੀ ਖੋਲੀ ਹੈ ਤੇ 8 ਸਾਲ ਦਾ ਦਰਬਾਰਾ ਸਿੰਘ ਪਿੰਡ ਜਰਗ ਦਾ ਉਹ ਉੱਥੇ ਖੜਾ ਤੇ ਉਹਨਾਂ ਨੇ ਦੁਸ਼ਮਣਾਂ ਨੇ ਕੱਢ ਕੇ, ਉਹਨਾਂ ਦੇ ਗੁੰਡਿਆਂ ਨੇ ਕੱਢ ਕੇ ਨਰਾਇਣੇ ਦੇ ਨੇ ਉਹਨੂੰ ਚੱਕ ਕੇ ਜਿਉਂਦੇ ਨੂੰ ਉੱਥੇ ਜਿਹੜੀ ਲਾਸ਼ਾਂ ਸੜ ਰਹੀਆਂ ਸੀ ਉਹਦੇ ਸੋ ਇੰਨੇ ਦਰਦਨਾਕ ਘਟਨਾਵਾਂ ਉੱਥੇ ਵਾਪਰੀਆਂ, ਸ਼ਾਇਦ ਹਿਰਦਾ ਬਲੁੰਦਰਿਆ ਜਾਂਦਾ। ਔਰ ਕਦੀ ਸਾਡੀ ਜ਼ੁਬਾਨ 'ਚੋਂ ਗੱਲ ਕਰਨ ਲੱਗਿਆਂ ਵੀ ਅਸੀਂ ਥਿੜਕਦੇ ਹਾਂ ਕਿ ਇਹੋ ਜਿਹੀ ਸ਼ਹਾਦਤ ਦੀ ਗੱਲ ਦੱਸੀਏ ਕਿੱਦਾਂ ਸੰਗਤ। ਸੋ ਬਹੁਤ ਹੀ ਦਰਦਨਾਕ ਘਟਨਾ। ਔਰ ਮੈਂ ਸਮਝਦੀ ਕਿ ਸਾਡੇ ਮੇਰੇ ਖਾਸ ਕਰਕੇ ਧੰਨ ਭਾਗ ਹੈ ਕਿ ਮੈਨੂੰ ਇਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਨ ਦਾ ਸਮਾਂ ਜਿਹੜਾ ਇਹ ਸ਼ਤਾਬਦੀ 100 ਸਾਲਾ ਮਨਾਉਣ ਦੀ ਜਿਹੜੀ ਬਖਸ਼ਿਸ਼ ਹੋਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਸਮਝਦਿਆਂ ਹੋਇਆਂ 100 ਸਾਲ ਦੀ ਸ਼ਤਾਬਦੀ ਜਿਹੜੀ ਹੈ ਉਸ ਨਗਰ 'ਚ ਆ ਕੇ ਮਨਾ ਰਹੀ ਹੈ, ਸਾਰੇ ਸ਼ਹੀਦਾਂ ਨੂੰ ਸਮਰਪਿਤ ਕਰਕੇ। ਜਿੰਨੇ ਵੀ ਭਾਈ ਲక్ష్మణ ਸਿੰਘ ਜੀ ਦੇ ਸਮੇਤ ਜਿੰਨੇ ਵੀ ਬਾਕੀ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਵਿੱਚ ਇਹ 100 ਸਾਲਾ ਇਤਿਹਾਸ ਫਿਰ ਦੁਬਾਰਾ ਸੰਗਤ ਵਿੱਚ ਦੱਸਿਆ ਜਾਵੇ ਤਾਂ ਜੋ ਕੌਮ ਨੂੰ ਪਤਾ ਲੱਗ ਜਾਵੇ ਵੀ ਗੁਰਦੁਆਰੇ ਉਹਨਾਂ ਮਹੰਤਾਂ ਕੋਲੋਂ, ਉਹਨਾਂ ਮਸੰਦਾਂ ਕੋਲੋਂ ਜਿਨ੍ਹਾਂ ਨੇ ਗੁਰਮਤ ਦਾ ਕਾਣ ਕੀਤਾ ਸੀ, ਜਿਨ੍ਹਾਂ ਨੇ ਮਰਿਆਦਾ ਦਾ ਕਾਣ ਕੀਤਾ ਸੀ, ਜਿਨ੍ਹਾਂ ਨੇ ਇੱਥੇ ਅਸ਼ਲੀਲ ਨਾਚ ਨਚਾਏ ਸੀ, ਜਿਨ੍ਹਾਂ ਲੋਕਾਂ ਨੇ ਉੱਥੇ ਸ਼ਰਾਬਾਂ ਪੀਤੀਆਂ, ਨਸ਼ੇ ਦੇ ਲੋਰ ਵਿੱਚ ਬਹੁਤ ਮਾੜੇ ਕਰਮ ਕੀਤੇ ਸੀਗੇ, ਉਹਨਾਂ ਤੋਂ ਕਿੱਦਾਂ ਗੁਰਮਤ ਵਿੱਚ ਲਿਆਂਦੇ। ਤੇ ਸਾਨੂੰ ਵੀ ਅੱਜ ਸੇਧ ਲੈਣ ਦੀ ਲੋੜ ਹੈ ਕਿ ਆਪਣੇ ਗੁਰੂ ਘਰ ਦੀ ਗੁਰਮਤ ਦੇ ਵਾਸਤੇ, ਮਰਿਆਦਾ ਵਾਸਤੇ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਜੋ ਆਜ਼ਾਦ ਕਰਾਇਆ ਸੀ ਉਸ ਦੀ ਸਾਰੀ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਸਾਰੀ ਕੌਮ ਫਿਰ ਇਕੱਠੀ ਹੋਵੇ, ਤਤਪਰ ਹੋਵੇ ਕਿ ਅਸੀਂ ਗੁਰੂ ਨੂੰ ਸਮਰਪਿਤ ਹੋਣਾ। ਸੋ ਮੈਂ ਨਮਸਕਾਰ ਕਰਦੀ ਉਹਨਾਂ ਸ਼ਹੀਦਾਂ ਨੂੰ ਤੇ ਨਾਲ ਹੀ ਅਰਦਾਸ ਕਰਦੀ ਹਾਂ ਕਿ ਅਸੀਂ ਸਾਰੇ ਨਗਰ ਵਾਲੇ, ਇਲਾਕੇ ਵਾਲੇ, ਇਕੱਲੇ ਨਹੀਂ ਸਾਰੇ ਹਿੰਦੁਸਤਾਨ ਕੀ ਵਰਲਡ ਵਿੱਚ ਵਸਦੇ ਸਿੱਖ ਜਿਹੜੇ ਹੈ ਉਸ ਦੇ ਨੂੰ ਸ਼ਰਧਾ ਨਾਲ ਸਿਰ ਝੁਕਾਈਏ। ਕਿਤੇ ਵੀ ਅਸੀਂ ਵਸਦੇ ਹੋਈਏ ਲੇਕਿਨ ਸਾਡਾ ਧਿਆਨ ਇਸ ਸਮਾਗਮ 'ਚ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਬਾਹਰ ਬੈਠੇ ਵੀ भाई लक्ष्मण सिंह जी ते बाकी सारे शहीदों को नमस्कार कर सकें। बटाला से जितेंद्र कुंडल की रिपोर्ट। पठानकोट। पंजाब सरकार डोर टू डोर रोजगार और व्यवसाय मिशन के तहत विदेश में शिक्षा और रोजगार की तलाश करने वाले युवाओं के लिए एक विदेशी अध्ययन और विदेशी प्लेसमेंट सेल शुरू कर रही है। यह बात पठानकोट के जिला रोजगार अधिकारी श्री गुरमेल सिंह ने कही। उन्होंने कहा कि काउंसलिंग का पहला दौर 1 मार्च 2021 से 31 मार्च 2021 तक आयोजित किया जाएगा। डॉक्टर जिला रोजगार और कारोबार ब्यूरो पठानकोट वालों मैं ये जानकारी दिता जिमें कि पंजाब सरकार वालों घर घर रोजगार मिशन तहत पहला बच्चों रोजगार मेले, मैगा रोजगार मेले लगा के बच्चों नौकरियों के उपराले किए जाते थे और बहुत सारे बच्चे
ਨੌਕਰੀਆਂ ਮਿਲ ਚੁੱਕੀਆਂ और बच्चे फायदा ले रहे हैं। इस तो इलावा पंजाब सरकार वालों होर अगे हंबला मारते हुए बच्चों में नौकरियां नाल अगर कोई बच्चा अपना कारोबार शुरू करना चाहते थे उन्होंने संबंध पंजाब सरकार के देशों तहत सैल्फ इंपलायमेंट कैंप लगाए गए थे और ये भी बच्चों ने जो सरकार की स्कीमों का लोन प्राप्त करके अपना कारोबार शुरू किया जो कि पंजाब सरकार वालों नौजवानों के बहुत उपराला। इस तो होर अगे कदम बढ़ते हुए हुण पंजाब सरकार वालों एक होर वड्डा उपराला किया जा रहा है कि जिहड़े बच्चे विदेश में अपनी विदेशी पढ़ाई करने जाना चाहते हैं और या नौकरियों के भाल में विदेश में जाना चाहते हैं उन्होंने प्रॉपर गाइडेंस नहीं होंगी और कई बार वो गलत एजेंटा के हत्थों में वो जड़ जाते हैं जिहदे उन्होंने बड़ा नुकसान होता है। हुण पंजाब सरकार वालों इस संबंधी बच्चों को प्रॉपर काउंसलिंग करने वास्ते एक मोहाली में प्लेस जो विदेशी प्लेसमेंट सैंटर जो स्थापित किया गया है वो जो सरकार वालों हदायत प्राप्त हुई हैं बच्चों को वधेरे जानकारी और समय सिर जानकारी देने वास्ते एक शेड्यूल तैयार किया गया है। ये सब तो पहला मैं जानकारी देना चाहता है कि 21 फरवरी तो लैके 25 फरवरी तक एक 2 गूगल लिंक तैयार किए गए हैं जो जिला रोजगार के कारोबार वालों पठानकोट में तैयार किए गए हैं और बच्चों ने इन्होंने गूगल लिंक उपर अपने आप को अपलाई करने जिसके संबंध में अखबारों में ऐड दे चुकी है। एक जो गूगल लिंक है जो विदेशी स्टडी वास्ते जो बच्चे जाना चाहते हैं वो बच्चा गूगल लिंक से अपना फार्म भरेगा। दूसरा जो गूगल लिंक है वो जिन्होंने बच्चे को अपने नौकरी की भाल वास्ते प्लेसमेंट वास्ते जाना चाहते हैं उन्होंने वास्ते गूगल लिंक तैयार किया जो वो फार्म दिता गया। अगर वो बच्चे सानू फार्म भर देंगे तो ये 21 तरीक तो लैके 25 तरीक तक गूगल लिंक से फार्म भरे जाने हैं। उस तो बाद असी इस गूगल लिंक से जिन्नी एप्लीकेशन आउणगियां वो अं 26 तरीक तो लैके 28 तरीक तक वो बच्चों को असीं उन्होंने जिहड़ियां जो उन्हें आईएलटीएस की है जो उन्होंने क्वालिफिकेशन है उन्हें रैंक बना के असीं इहदी सूचना जी मोहाली उस जो प्लेसमेंट सैल स्थापित किया गया है उस सैल में असीं भेज देना है। उस तो बाद मार्च महीने में एक रोजगार विभाग वालों सरकार दी हदायत तहत एक शेड्यूल तैयार किया गया। हर जिले वाइज बच्चों को असीं जिहड़ा पठानकोट तो जिद्दां गुरदासपुर तो इस तरह बारी बारी असीं अपने वो बच्चों अपने विभाग के वालों प्रबंध करके मोहाली लैके जाना है तां जो बच्चों ने उत्थे प्रॉपर उन्होंने जी काउंसलिंग की जाए जिहड़ियां प्रॉब्लम आउंदियां वो उन्होंने प्रॉब्लम दूर की जा सकन और जो उन्होंने बाहर एजेंटा लुट सकन तो बचाया जा सके। ये अपना जोड़ा मार्च महीने तक है। उस तो बाद इस तो बाद जो अगला स्टैप आ 2 राउंड चलने हैं वो असीं अप्रैल महीने दोबारा फिर स्टार्ट करांगे तो वो स्टार्ट करके असीं उन्होंने मुड़ के फिर असीं दूजे जो ग्रुप के बच्चों फिर असीं मोहाली लैके जावांगे तां जो उन्होंने प्रॉपर जो काउंसलिंग हो सके। पठानकोट से आलोक कुमार की रिपोर्ट। सैलून की आड़ में करता था नशा सप्लाई। पुलिस ने दबोचा लुधियाना में राजकुमार नामक एक आरोपी जो हैबोवाल एरिया में सैलून का काम करता था। उसी दुकान में आने वाले ग्राहकों को वह नशा सप्लाई करता था। पुलिस की माने तो यह पिछले 2 वर्ष से इसी कार्य में लिप्त था। गुप्त सूचना के आधार पर पुलिस ने जब रेड की तो वहां उन्हें 4000 से ज्यादा नशीली गोलियां व पदार्थ मिले और वहां 2019 में भी आरोपी के खिलाफ मुकदमा दर्ज किया गया था। अब पुलिस जांच में जुटी है कि यह आरोपी नशे को कहां से खरीदता है और इसमें कौन कौन लोग शामिल हैं। एसीपी सिविल लाइन श्री जतिंदर चोपड़ा जी ਤੇ ਨਾਲ SHO डिवीजन नंबर 5 श्री कुलदीप सिंह ਇਹਨਾਂ ਦੀ ਟੀਮ ਨੂੰ ਕੱਲ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਿ ਇਹਨਾਂ ਨੇ ਇਕੱਠੇ ਮਿਲ ਕੇ ਇੱਕ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਟੈਬਲੇਟਸ ਹੈ ਉਹਨੂੰ ਰਿਕਵਰ ਕੀਤਾ ਕਿ ਜਿਹੜਾ ਦੋਸ਼ੀ ਰਾਜਕੁਮਾਰ ਜਿਹੜਾ ਕਿ ਗੋਪਾਲ ਨਗਰ ਹੈਬੋਵਾਲ ਦਾ ਰਹਿਣ ਵਾਲਾ ਉਹਨੂੰ ਮੌਕੇ ਤੇ ਅਰੈਸਟ ਕੀਤਾ। ਇਹ ਜਿਹੜਾ ਦੋਸ਼ੀ ਹੈ ਇਹਦੇ ਪਹਿਲਾਂ ਵੀ ਬੈਕਗ੍ਰਾਉਂਡ ਇਹਦੇ ਪਹਿਲਾਂ ਵੀ NDPS ਦੇ ਅੰਡਰ ਕੇਸ ਰਜਿਸਟਰ ਹੈ ਤੋਂ ਪਹਿਲਾਂ ਵੀ ਟੈਬਲੇਟਸ ਬਰਾਮਦ ਹੋਈਆਂ ਸੀ ਤੇ ਇਹਦੇ ਖਿਲਾਫ FIR ਨੰਬਰ 161 2019 ਦਾ ਜਗਰਾਉਂ ਵਿਖੇ ਹੈਗਾ ਜਿਹਦੇ ਵਿੱਚ ਨਾਲ ਇਹਦੇ 2 ਕੰਪਲੇਸ ਹੋਰ ਸੀਗੇ ਬੋਬੀ ਸ਼ਰਮਾ ਤੇ ਧੀਰਜ ਜੋ ਅਜੇ ਵੀ ਜੇਲ੍ਹ ਵਿੱਚ ਨੇ। ਇਹ ਜਿਹੜਾ ਦੋਸ਼ੀ ਰਾਜਕੁਮਾਰ ਹੈ ਇਹ ਮਾਰਚ 2020 ਵਿੱਚ ਇਹਦੀ ਬੇਲ ਹੋਈ ਹੈ ਤੇ ਜੇਲ੍ਹ ਵਿੱਚੋਂ ਬਾਹਰ ਆਇਆ। ਉਸ ਤੋਂ ਬਾਅਦ ਇਹਨੇ ਆਪਣਾ ਕਿ ਹੇਅਰ ਸਲੂਨ ਦਾ ਕੰਮ ਵੀ ਕੀਤਾ ਤੇ ਨਾਲ ਹੇਅਰ ਸਲੂਨ ਦੀ ਆੜ ਵਿੱਚ ਇਹ ਆਪਣੀ ਗੋਲੀਆਂ ਵੇਚ ਰਿਹਾ ਤੇ ਹੁਣ ਅਸੀਂ ਇਹਦੇ ਉੱਪਰ ਕੇਸ ਰਜਿਸਟਰ ਕੀਤਾ ਤੇ ਹੁਣ ਅਸੀਂ ਅੱਗੇ ਕੇਸ ਰਜਿਸਟਰ ਕਰਕੇ ਅੱਗੇ ਇਨਵੈਸਟੀਗੇਟ ਕਰਾਂਗੇ ਕਿ ਇਹ ਕਿੱਥੋਂ ਸਮਾਨ ਲੈ ਕੇ ਆਇਆ ਤੇ ਅੱਗੇ ਕਿੱਥੇ ਕਿੱਥੇ ਵੇਚਦਾ। ਜਿਹੜਾ ਸਾਡਾ ਆਰੋਪੀ ਆ ਉਹ ਪ੍ਰਵਾਸੀ ਹੈ ਜਾਂ ਪੰਜਾਬ ਦਾ ਵਸਨੀਕ? ਇਹ ਪੰਜਾਬ ਦਾ ਜੀ ਇੱਥੇ ਪ੍ਰੋਪਰ ਇੱਥੇ ਦਾ ਇਹਦੀ ਏਜ ਹੈਗੀ 46 ਈਅਰਸ ਹੈ ਤੇ ਇਹਦੇ ਕੋਲ ਸਾਡੀ ਗੱਡੀ ਵੀ ਬਰਾਮਦ ਹੋਈ ਹੈ ਡੈਟਸਨ ਜਿਹੜੀ ਕਿ ਇਹਦੇ ਵਾਈਫ ਦੇ ਨਾਮ ਤੇ ਹੈ। ਕਿੰਨੇ ਚਿਰ ਤੋਂ ਕਰ ਰਹੇ ਸੀ? ਹਾਂਜੀ ਕਿੰਨੇ ਚਿਰ ਤੋਂ ਕਰ ਰਹੇ?
ਇਹਦੇ ਖਿਲਾਫ ਪਹਿਲਾ ਕੇਸ 2019 ਵਿੱਚ रजिस्टर है, तो तकरीबन आप कह सकते हैं कि 2 साल तो ये काम कर रहे हैं। लुधियाना से मोहनलाल की रिपोर्ट। देश भर में लगातार बढ़ रही पेट्रोल की कीमतों से आम नागरिक बेहद परेशान और दुखी दिखाई दे रहा है। अब उन्हें यह चिंता सताने लगी है कि जल्द ही पेट्रोल की कीमतें आसमान को छूते हुए 100 का आंकड़ा पार करेंगे। सब लोगों के जहन में एक ही बात है कि जब कांग्रेस की सरकार थी तब यही भाजपा वाले बढ़ी हुई कीमतों के खिलाफ रोष प्रदर्शन करते थे, लेकिन अब जब यही कीमतें बेलगाम हो चुकी हैं तो कोई भी भाजपा वाला इसके विरुद्ध बोलने को तैयार नहीं है और ये सब चुप्पी साध रखी है। ਇਹ ਅਸੀਂ ਜਿਹੜਾ ਪ੍ਰਧਾਨ ਮੰਤਰੀ ਚੁਣਿਆ ਹੈ, ਇਹ ਪ੍ਰਧਾਨ ਮੰਤਰੀ ਨਹੀਂ, ਮੈਂ ਅੱਜ ਦੀ ਡੇਟ 'ਚ ਸਮਝਦਾ ਅਸੀਂ ਇਹ ਹਿਟਲਰ ਚੁਣਿਆ। ਉਸ ਨੂੰ ਇੰਨੀ ਸ਼ਰਮ ਨਹੀਂ ਹੈ ਕਿ ਇੰਨੇ ਲੋਕ ਉੱਥੇ ਮਰ ਗਏ ਆ ਕਿਸਾਨ, ਕਿ ਬੰਦੇ ਨੂੰ ਇੰਨੀ ਬੇਰਹਿਮੀ ਕਿ ਸੰਸਾਰ ਦੇ ਵਿੱਚ ਉਹਨੇ ਦੁਬਾਰਾ ਜਨਮ ਲੈਣਾ ਕਿ ਨਹੀਂ ਲੈਣਾ ਇਸ ਉਸ ਪਰਮਾਤਮਾ ਨੂੰ ਪਤਾ। ਇਸ ਤੋਂ ਵੱਧ ਨਹੀਂ ਮੈਂ ਕੁਝ ਕਹਿਣਾ ਚਾਹਾਂਗਾ। ਪਹਿਲਾਂ ਕੀ ਰੇਟ ਸੀਗਾ, ਹੁਣ ਕੀ ਰੇਟ ਹੈਗਾ ਜੀ? ਸਰ ਪਹਿਲੇ 85 ਸੀਗਾ, ਉਸ ਤੋਂ ਪਹਿਲੇ 75 ਸੀ ਕਾਂਗਰਸ ਦੀ ਸਰਕਾਰ ਵੇਲੇ, ਅੱਜ 92 ਆ ਗਿਆ। ਹੌਲੀ ਹੌਲੀ ਇਹ 100 ਤੇ पहुंच जाना जी। हाँ जी, क्या नाम है आपका? लखवीर कुमार। और क्या कहना चाहेंगे पेट्रोल डीजल के जो दाम बढ़ रहे हैं? पेट्रोल डीजल के दाम मोदी सरकार बढ़ा रही है लगातार, सब कुछ प्राइवेट कर दिया, ठीक है, अपने हाथ कुछ नहीं रखा। जब बात होती है तो हाथ खड़े कर देते। आज उन्होंने बोला कि पहले की सरकारों ने कुछ नहीं किया, आयत पे ज़्यादा ऊर्जा के आयात ज़्यादा किया, इसलिए हम भोग रहे हैं। लेकिन 6 साल से ये हैं सरकार में, ये क्या कर रहे हैं? हमें पहले जब हम इनको पहली बार वोट दी थी तो कहा अच्छे दिन आने वाले हैं, पेट्रोल का दाम 35 रुपये हो जाएगा, लेकिन अब जैसे देख लो 91 रुपये आज मैं पवा रहा हूँ, और जो स्पीड वाला है वो 100 रुपये के लगभग पहुँच चुका है। तो ये कोई अच्छे दिन वाली तो कोई बात नहीं है। पहले भी पहुँचे थे लेकिन कांग्रेस टाइम पे इतने दाम नहीं पहुँचे कि 80-85 तो ज़रूर हुए थे, लेकिन तब इन्होंने भाजपा वालों ने ही बोला था, बैलगाड़ी लेके संसद में जा रहे थे, कोई साइकिल पे जा रहा था कि ऐसे विरोध करेंगे, लेकिन अब अपनी बार पे सब चुप है। कोई मंत्री नहीं बोल रहा, कोई मीडिया चैनल नहीं बोल रहा, सब चुप बैठे हैं। ਕਹਿਣਾ ਇਹ ਚਾਹੁੰਦਾ ਮੋਦੀ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਆ। ਗੈਸ ਮਹਿੰਗਾ ਹੋ ਗਿਆ, ਤੇਲ ਮਹਿੰਗਾ ਹੋ ਗਿਆ। ਜਦੋਂ 400 ਰੁਪਏ ਗੈਸ ਸੀਗਾ, ਸਿਰ ਤੇ ਸਿਲੰਡਰ ਚੱਕ ਕੇ ਕਾਂਗਰਸ ਦੇ ਮਗਰ ਘੁੰਮਦੇ ਸੀਗੇ, ਮਹਿੰਗਾ ਹੋ ਗਿਆ, ਤੇ ਹੁਣ 700 ਰੁਪਏ ਵਾ। ਹੁਣ ਬੰਦਾ ਕਿੱਥੇ ਜਾਵੇ? ਤੇਲ 90 ਰੁਪਏ ਹੋ ਗਿਆ ਵਾ, किसान बेचारे उत्थे मरदे पे आ। लुधियाना से मोहनलाल की रिपोर्ट। कृषि कानूनों के खिलाफ किसान जत्थेबंदियों की तरफ से 18 फरवरी को रेलवे ट्रैक रोक आंदोलन का ऐलान किया गया था, जिसके चलते जिला गुरदासपुर में बटाला के नजदीक छीना रेलवे स्टेशन पर अमृतसर पठानकोट जम्मू रेलवे ट्रैक को माझा किसान संघर्ष कमेटी के बैनर तले किसानों की तरफ से जाम किया गया। यह रेलवे ट्रैक रोको आंदोलन दोपहर 12 बजे से शाम 4 बजे तक रोके जाएंगे। इस मौके किसानों का कहना है कि जब तक केंद्र सरकार कृषि कानूनों को वापस नहीं लेती तब तक ऐसे ही प्रदर्शन जारी रहेंगे और आगे आने वाले समय किसान जत्थेबंदियों की तरफ से जो ऐलान किया जाएगा उसी के मुताबिक आगे की रणनीति तैयार की जाएगी। जो अमृतसर जम्मू हाई अपने ट्रैक जांदा जी, उत्थे किसान वड्डी गिनती 'च इत्थे धरना लगा के बैठे आ ते साडी इहो मंग आ भी ਜਿਹੜੇ ਕਾਲੇ ਕਾਨੂੰਨ ਆ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਮੋਦੀ ਸੌਂ ਗਿਆ ਵਾ ਇਹਨੂੰ ਜਗਾਉਣ ਵਾਸਤੇ ਪੜਾਅ ਦਰ ਪੜਾਅ ਇਹ ਸਾਲ ਚੱਲੇ 2 ਸਾਲ ਚੱਲੇ ਅਸੀਂ ਇਸੇ ਤਰ੍ਹਾਂ ਹੀ ਜੋ ਕਾਲਾਂ ਜੋ ਸਾਡੇ ਪ੍ਰੋਗਰਾਮ ਬਣਦੇ ਰਹਿਣਗੇ ਰੇਲਵੇ ਟਰੈਕ ਚੱਕਾ ਜਾਮ ਜਿੱਦਾਂ ਦੇ ਵੀ ਪੜਾਅ ਦਰ ਪੜਾਅ ਪ੍ਰੋਗਰਾਮ ਹੋਣਗੇ ਅਸੀਂ ਉਹ ਸਾਰਿਆਂ ਨੂੰ ਵੱਧ ਚੜ੍ਹ ਕੇ ਜਿਹੜੇ ਇੰਡੀਆ ਦੇ ਕਿਸਾਨ ਆ ਅਸੀਂ ਇਹਨਾਂ ਨੂੰ ਕਾਮਯਾਬ ਕਰਾਂਗੇ। ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਸਾਰੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਸਾਰਿਆਂ ਦਾ ਸਹਿਯੋਗ ਦੇਣਾ ਚਾਹੀਦਾ ਵਾ, ਕਿਉਂਕਿ ਮੋਦੀ ਬਹੁਤ ਹੀ ਢੀਠ ਅਤੇ ਅੰਨਾ ਤੇ ਬੋਲਾ ਹੋ ਗਿਆ ਆ, ਠੀਕ ਹੈ ਨਾ। ਉਹਦੇ ਕੰਨਾਂ ਤੇ ਜੂੰ ਨਹੀਂ ਸਕਣ ਦੀ, ਉਹਨੂੰ ਸੁਣਾਉਣ ਵਾਸਤੇ ਸਾਡਾ ਇਕਜੁੱਟ ਜਿਹੜਾ ਹੋਣਾ ਬਹੁਤ ਜ਼ਰੂਰੀ ਆ। गुरदासपुर से जितेंद्र कुंडल की रिपोर्ट। औद्योगिक नगरी लुधियाना कोविड-19 से अब अपनी पटरी पर लौटती हुई नजर आने लगी है। इसी कड़ी के तहत शहर में 10वां मैक ऑटो एक्सपो आयोजित किया गया है, जो कि चंडीगढ़ रोड गलाडा ग्राउंड में 19 फरवरी से 22 फरवरी तक जारी रहेगा। इसी प्रदर्शनी में 850 लाइव मशीनों का डेमो होगा। एक्सपो का आयोजन उड़ान मीडिया एवं कम्युनिकेशन प्राइवेट लिमिटेड की ओर से किया गया है। इंटरनेशनल लेवल की ਇਹ ਮਸ਼ੀਨਰੀ ਦੀ ਜਿਹੜੀ ਐਗਜੀਬਿਸ਼ਨ ਹੈ ਉਡਾਨ ਔਰ ਚੈਂਬਰ ਦੇ ਸਹਿਯੋਗ ਦੇ ਨਾਲ ਲੁਧਿਆਣੇ ਦੇ ਵਿੱਚ ਲੱਗੀ ਹੈ। ਅੱਜ ਇਹਦੀ ਸ਼ੁਰੂਆਤ ਹੋਈ ਹੈ। ਇਹ ਬਹੁਤ ਵੱਡਾ ਉਪਰਾਲਾ ਕੋਵਿਡ ਤੋਂ ਬਾਅਦ ਐਡੀ ਵੱਡੀ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਐਗਜੀਬਿਸ਼ਨ ਹੈ
ਉਹ ਲੁਧਿਆਣੇ ਦੇ ਵਿੱਚ ਲੱਗਣਾ ਮੈਂ ਸਮਝਦਾ ਵੀ ਇੱਥੇ ਸਾਡੇ ਜਿਹੜੇ ਯੰਗ ਇੰਡਸਟਰੀਲਿਸਟ ਆ ਉਹਨਾਂ ਲਈ ਇੱਕ ਨਵੀਂ ਓਪਰਚੁਨਿਟੀ ਹੈ। ਬਾਕੀ 4 ਮੁਲਕਾਂ ਦੇ ਜਿਹੜੇ ਅੰਬੈਸਡਰ ਹੈ, ਡਿਗਨਿਟੀ ਹੈ, ਉਹ ਅੱਜ ਵਿਸ਼ੇਸ਼ ਤੌਰ ਤੇ ਇਸ ਐਗਜ਼ੀਬਿਸ਼ਨ ਨੂੰ ਅਟੈਂਡ ਕਰ ਰਹੇ ਹੈ। ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਸੋ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ। ਇਹਨੂੰ ਵੈਸਟ ਪੰਜਾਬ ਦਾ ਜਿਹੜਾ ਸਟਾਲ ਹੈ ਉਹ ਐਗਜ਼ੀਬਿਸ਼ਨ ਦੇ ਵਿੱਚ ਅਸੀਂ ਪੰਜਾਬ ਸਰਕਾਰ ਵੱਲੋਂ ਲਾਇਆ, ਕਿਉਂਕਿ ਅੱਜ ਪੂਰੇ ਦੇਸ਼ ਦੇ ਵਿੱਚ ਜੇ ਸਭ ਤੋਂ ਬੈਸਟ ਪਾਲਿਸੀ ਹੈ ਇੰਡਸਟਰੀਅਲ ਪਾਲਿਸੀ, ਉਹ ਪੰਜਾਬ ਦੀ ਹੈ। 70,000 ਕਰੋੜ ਦੇ ਜਿਹੜੇ ਇਨਵੈਸਟ ਹੈ ਉਹ ਪੰਜਾਬ ਦੇ ਵਿੱਚ ਪਿਛਲੇ 4 ਸਾਲ 'ਚ ਹੋ ਚੁੱਕੇ ਹੈ। ਔਰ ਸਾਡਾ ਟੀਚਾ ਜਿਹੜਾ ਹੈ ਇੰਡਸਟਰੀ ਨੂੰ ਬੂਮ ਕਰਨ ਦਾ 1 ਲੱਖ ਕਰੋੜ ਦੇ ਜਿਹੜੇ ਪ੍ਰੋਜੈਕਟ ਹੈ ਆਉਣ ਵਾਲੇ ਸਮੇਂ ਦੇ ਵਿੱਚ, ਉਹ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਸੁਪਨਾ ਹੈਗਾ ਕਿ ਪੰਜਾਬ ਦੇ ਵਿੱਚ ਇੰਡਸਟਰੀ ਵੱਧ ਤੋਂ ਵੱਧ ਔਰ ਬਹੁਤ ਵੱਡੇ ਲੈਵਲ ਤੇ ਆਈ ਥਿੰਕ ਮਹਿੰਦਰਾ, ਸੋਨਾਲੀਕਾ, ਹੋਰ ਬਹੁਤ ਵੱਡੀਆਂ ਹੀਰੋ ਹੋਂਡਾ, ਇਸ ਉਹ ਜਿਹੜੀਆਂ ਨਵੀਆਂ ਇੰਡਸਟਰੀਜ਼ ਪੰਜਾਬ ਦੇ ਵਿੱਚ ਲੱਗ ਰਹੀਆਂ ਨੇ। ਸੋ ਮੈਂ ਸਮਝਦਾ ਵੀ ਇਹ ਜਿਹੜਾ ਅੱਜ ਜਿਹੜੀ ਇਹ ਐਗਜ਼ੀਬਿਸ਼ਨ ਹੈ ਉਹ ਸਾਡੇ ਲਈ, ਸਾਡੇ ਯੰਗ ਇੰਡਸਟਰੀਅਲਿਸਟ ਲਈ ਬਹੁਤ ਲਾਹੇਵੰਦ ਹੋਊਗੀ। ਸਰ ਇੰਡਸਟਰੀਅਲ ਇਹ ਕਹਿ ਰਹੇ ਨੇ ਕਿ ਸਾਨੂੰ ਬਿਜਲੀ ਬੜੀ ਮਹਿੰਗੀ ਮਿਲ ਰਹੀ ਹੈ। ਆਪਾਂ ਅਗਰ ਗੱਲ ਕਰੀਏ ਇੱਥੇ ਤੇ ਬਿਜਲੀ ਇੰਨਾ ਜ਼ਿਆਦਾ ਜਿਹੜੇ ਨਾਲ ਦੇ ਹੋਰ ਪ੍ਰਦੇਸ਼ ਨੇ ਕੰਪੇਅਰ ਟੂ ਮਹਿੰਗੀ ਮਿਲ ਰਹੀ ਹੈ। ਨਹੀਂ, ਦੇਖੋ ਪੰਜਾਬ ਸਰਕਾਰ ਨੇ ਅੱਜ 5 ਰੁਪਏ ਯੂਨਿਟ ਬਿਜਲੀ ਜਿਹੜੀ ਹੈ, ਜਿਹੜੇ ਵੱਡੇ ਉਦਯੋਗ ਹੈ ਉਹਨਾਂ ਨੂੰ 5 ਰੁਪਏ ਯੂਨਿਟ ਬਿਜਲੀ ਹੈ ਉਹ ਦਿੱਤੀ ਜਾ ਰਹੀ ਹੈ। ਔਰ ਕੋਈ ਕੰਪੇਅਰ ਆਪਾਂ ਜਿਹੜੇ ਸਾਡੇ ਗੁਆਂਢੀ ਸੂਬੇ ਹੈ ਕੋਈ ਉਹਨਾਂ ਤੋਂ ਵੱਧ ਨਹੀਂ ਹੈ, ਕਿਉਂਕਿ ਪੰਜਾਬ ਨੇ, ਕਿਉਂਕਿ ਅੱਜ ਦੇਸ਼ ਦੀ ਜਿਹੜੀ ਸਰਕਾਰ ਹੈ, ਕੇਂਦਰ ਸਰਕਾਰ, ਉਹ ਪੰਜਾਬ ਦੇ ਨਾਲ ਬਹੁਤ ਵੱਡਾ ਜਿਹੜਾ ਵਿਤਕਰਾ ਹੈ। ਗੁਆਂਢੀ ਸੂਬਿਆਂ ਨੂੰ ਤਾਂ ਇੰਡਸਟਰੀਅਲ ਪੈਕੇਜ ਦਿੱਤੇ ਜਾ ਰਹੇ ਆ, ਪੰਜਾਬ ਨੂੰ 1 ਪੈਸਾ ਨਹੀਂ। ਸੋ ਪੰਜਾਬ ਆਪਣੇ ਸੋਰਸ ਦੇ ਨਾਲ ਪੰਜਾਬ ਸਰਕਾਰ ਇੰਡਸਟਰੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਬਿਜਲੀ ਕੀ ਬਾਕੀ ਜਿਹੜੇ ਹੋਰ ਜਿੰਨੀਆਂ ਵੀ ਰਿਆਇਤਾਂ ਨੇ ਉਹ ਵਚਨਬੱਧ ਹੈ ਦੇਣ ਲਈ। ਤੋਂ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਨਵੇਂ ਇਨਵੈਸਟਰ ਹੈ ਉਹ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਆਪਣਾ इन्वेस्ट करेंगे। लुधियाना से विकास और जतिंदर की रिपोर्ट। तो ये थे आज के सामाजिक व धार्मिक समाचार। कल फिर हाजिर होंगे। एकता को दीजिए इजाजत। जय जिनेंद्र।